किताब दा नाम एक ते उपजै एक समावै। लेखक दा नाम गुरजंट सिंह आस्ट्रेलिया। आवाज़ जगजीत सिंह ईसेवाल। अध्याय 12वां ब्रह्म ਗਿਆਨ। परमात्मा ਦੇ ਗਿਆਨ ਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ। ਇਸ ਦੀ ਪ੍ਰਾਪਤੀ ਸਿਰਫ ਕਿਤਾਬਾਂ ਜਾਂ ਗ੍ਰੰਥਾਂ ਉੱਤੇ ਖੋਜ ਕਰਕੇ ਨਹੀਂ ਹੁੰਦੀ। ਗ੍ਰੰਥਾਂ ਵਿੱਚ ਪਰਮਾਤਮਾ ਬਾਰੇ ਪੜ੍ਹ ਕੇ ਉਸ ਨੂੰ ਕਿਸੇ ਵਸਤੂ ਵਾਂਗ ਨਹੀਂ ਲੱਭਿਆ ਜਾ ਸਕਦਾ। ਇਹ ਤਾਂ ਸਾਨੂੰ ਪਰਮਾਤਮਾ ਤੱਕ ਜਾਣ ਦਾ ਰਸਤਾ ਦੱਸਦੇ ਹਨ। ਇਸ ਰਸਤੇ ਉੱਤੇ ਸਾਨੂੰ ਖੁਦ ਚੱਲਣਾ ਪੈਂਦਾ ਹੈ। ਬ੍ਰਹਮ ਗਿਆਨ ਦੀ ਪ੍ਰਾਪਤੀ ਪਰਮਾਤਮਾ ਦੇ ਦਰਸ਼ਨ ਕਰਕੇ ਹੀ ਹੁੰਦੀ ਹੈ ਤੇ ਇਹ ਦਰਸ਼ਨ ਦਸਮ ਦੁਆਰ ਭਾਵ ਤੀਸਰੇ ਨੇਤਰ ਦੁਆਰਾ ਹੁੰਦੇ ਹਨ। ਦਸਮ ਦੁਆਰ ਦੇ ਖੁੱਲ੍ਹਣ ਤੋਂ ਪਹਿਲਾਂ ਅੱਖਾਂ ਦੁਆਰਾ ਉਸ ਦੇ ਦਰਸ਼ਨ ਨਹੀਂ ਕੀਤੇ ਜਾ ਸਕਦੇ। ਪਰਮਾਤਮਾ ਨੂੰ ਸ਼ਬਦਾਂ ਵਿੱਚ ਨਹੀਂ ਲਿਖਿਆ ਜਾ ਸਕਦਾ। ਇਸ ਨੂੰ ਬਿਆਨ ਕਰਨਾ ਅਸੰਭਵ ਹੈ। ਉਸ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਧਰਮ ਵਿੱਚ ਪ੍ਰਵੇਸ਼ ਕਰੋ ਤੇ ਭਗਤੀ ਸ਼ੁਰੂ ਕਰੋ। ਧਰਮ ਵਿੱਚ ਪ੍ਰਵੇਸ਼ ਕੀਤੇ ਬਿਨਾਂ ਤੁਸੀਂ ਬ੍ਰਹਮ ਗਿਆਨ ਨੂੰ ਹਾਸਲ ਨਹੀਂ ਕਰ ਸਕਦੇ। ਉਦਾਹਰਣ ਦੇ ਤੌਰ 'ਤੇ ਸਮੁੰਦਰ ਤੋਂ ਵਾਸ਼ਪੀਕਰਨ ਦੁਆਰਾ ਪਾਣੀ ਭਾਪ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਦੇ ਰੂਪ ਵਿੱਚ ਆਸਮਾਨ ਵਿੱਚ ਚਲਿਆ ਜਾਂਦਾ ਹੈ। ਉਸ ਤੋਂ ਬਾਅਦ ਉਹ ਬੱਦਲ ਬਣ ਕੇ ਧਰਤੀ ਤੱਕ ਦਾ ਸਫ਼ਰ ਤੈਅ ਕਰਦਾ ਹੈ ਤੇ ਫਿਰ ਮੀਂਹ ਦੇ ਰੂਪ ਵਿੱਚ ਪਾਣੀ ਦੀਆਂ ਬੂੰਦਾਂ ਧਰਤੀ ਉੱਤੇ ਡਿੱਗਦੀਆਂ ਹਨ। ਇਸ ਤੋਂ ਬਾਅਦ ਨਦੀਆਂ ਅਤੇ ਦਰਿਆਵਾਂ ਦੁਆਰਾ ਇਹ ਬੂੰਦਾਂ ਫਿਰ ਤੋਂ ਸਮੁੰਦਰ ਵਿੱਚ ਸਮਾ ਜਾਂਦੀਆਂ ਹਨ। ਸ੍ਰਿਸ਼ਟੀ ਦਾ ਚੱਕਰ ਵੀ ਇਸ ਤਰ੍ਹਾਂ ਹੀ ਚੱਲਦਾ ਹੈ। ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ। ਆਤਮਾਵਾਂ ਪਰਮਾਤਮਾ ਤੋਂ ਵੱਖ ਹੋ ਜਾਂਦੀਆਂ ਹਨ। ਫਿਰ ਆਤਮਾ ਵੱਖ-ਵੱਖ ਜਨਮਾਂ ਦਾ ਲੰਮਾ ਸਫ਼ਰ ਤੈਅ ਕਰਦੀ ਹੈ। ਇਸ ਤੋਂ ਬਾਅਦ ਜਿਵੇਂ ਵਰਖਾ ਦੁਆਰਾ ਪਾਣੀ ਦੀ ਬੂੰਦ ਧਰਤੀ ਤੱਕ ਪਹੁੰਚਦੀ ਹੈ, ਉਸੇ ਤਰ੍ਹਾਂ ਪਾਣੀ ਦੀ ਬੂੰਦ ਰੂਪੀ ਆਤਮਾ ਧਰਤੀ ਰੂਪੀ ਮਨੁੱਖੀ ਸਰੀਰ ਤੱਕ ਪਰਮਾਤਮਾ ਦੀ ਕਿਰਪਾ ਰੂਪੀ ਵਰਖਾ ਦੁਆਰਾ ਪਹੁੰਚਦੀ ਹੈ ਤੇ ਫਿਰ ਨਦੀਆਂ ਦਰਿਆਵਾਂ ਰੂਪੀ ਧਰਮ ਦੁਆਰਾ ਸਮੁੰਦਰ ਰੂਪੀ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਜੋ ਬੂੰਦਾਂ ਨਦੀਆਂ ਅਤੇ ਦਰਿਆਵਾਂ ਰੂਪ ਧਰਮ ਤੱਕ ਨਹੀਂ ਪਹੁੰਚਦੀਆਂ, ਉਹ ਧਰਤੀ ਰੂਪੀ ਸਰੀਰ ਵਿੱਚ ਹੀ ਭਟਕਦੀਆਂ ਰਹਿੰਦੀਆਂ ਹਨ। ਇਸ ਲਈ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਧਰਮ ਜ਼ਰੂਰੀ ਹੈ। ਤੁਸੀਂ ਧਰਮ ਵਿੱਚ ਪ੍ਰਵੇਸ਼ ਕਰੋ ਤੇ ਭਗਤੀ ਸ਼ੁਰੂ ਕਰੋ। ਸਾਨੂੰ ਭਗਤੀ ਕਰਨ ਲਈ ਇਸ ਦੀ ਸਹੀ ਵਿਧੀ ਦਾ ਪਤਾ ਹੋਣਾ ਲਾਜ਼ਮੀ ਹੈ, ਨਹੀਂ ਤਾਂ ਅੱਗੇ ਨਹੀਂ ਵੱਧ ਪਾਵਾਂਗੇ। ਹਰ ਕੋਈ ਨਾਮ ਜਪ ਸਕਦਾ ਹੈ, ਭਾਵੇਂ ਉਹ ਬੱਚਾ ਹੋਵੇ, ਭਾਵੇਂ ਬਜ਼ੁਰਗ ਹੋਵੇ, ਭਾਵੇਂ ਔਰਤ ਹੋਵੇ, ਭਾਵੇਂ ਮਰਦ, ਭਾਵੇਂ ਕੋਈ ਭਲਾ ਮਨੁੱਖ ਅਤੇ ਭਾਵੇਂ ਕੋਈ ਪਾਪੀ ਮਨੁੱਖ ਹੋਵੇ। ਹਰ ਕੋਈ ਨਾਮ ਜਪ ਸਕਦਾ ਹੈ। ਨਾਮ ਜਪਣ ਦੀ ਸ਼ੁਰੂਆਤ 10 ਮਿੰਟ ਦੇ ਸਮੇਂ ਤੋਂ ਕਰੋ। ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਧਿਆਨ ਲਗਾਉਣ ਲਈ ਚੌਂਕੜੀ ਮਾਰ ਕੇ ਬੈਠ ਜਾਓ ਤੇ ਰੀੜ੍ਹ ਦੀ ਹੱਡੀ ਨੂੰ ਬਿਲਕੁਲ ਸਿੱਧੀ ਰੱਖੋ। ਇਹ 90% ਦੇ ਕੋਣ 'ਤੇ ਹੋਣੀ ਚਾਹੀਦੀ ਹੈ। ਹਰ ਰੋਜ਼ 10 ਮਿੰਟ ਲਈ ਪਰਮਾਤਮਾ ਦਾ ਨਾਮ ਜਪੋ। ਅਸੀਂ ਨਾਮ ਜਪਦੇ ਸਮੇਂ ਧਿਆਨ ਦਸਮ ਦੁਆਰ ਵਿੱਚ ਰੱਖਣਾ ਹੈ ਤੇ ਪਰਮਾਤਮਾ ਨੂੰ ਧਿਆਉਣਾ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਸਮਾਂ ਵਧਾਉਣਾ ਸ਼ੁਰੂ ਕਰੋ। 10 ਮਿੰਟ ਤੋਂ 15 ਮਿੰਟ, ਇਸ ਤੋਂ ਬਾਅਦ 20, 25 ਤੇ ਫਿਰ 30 ਮਿੰਟ ਲਗਾਤਾਰ ਧਿਆਨ ਲਗਾ ਕੇ ਨਾਮ ਜਪਣਾ ਸ਼ੁਰੂ ਕਰ ਦੇਵੋ। ਸਰੀਰ ਨਾਲ ਧੱਕਾ ਨਾ ਕਰੋ। ਜਿੰਨਾ ਸਮਾਂ ਆਸਾਨੀ ਨਾਲ ਜਪ ਸਕਦੇ ਹੋ ਓਨਾ ਹੀ ਨਾਮ ਜਪੋ, ਨਹੀਂ ਤਾਂ ਸਵਾਦ ਖਤਮ ਹੋ ਜਾਵੇਗਾ। ਕਈ ਵਾਰੀ ਜ਼ਿਆਦਾ ਧੱਕਾ ਕਰਨ ਨਾਲ ਕੋਈ ਰੋਗ ਵੀ ਲੱਗ ਜਾਂਦਾ ਹੈ। ਇਸ ਲਈ ਸਰੀਰ ਨਾਲ ਧੱਕਾ ਬਿਲਕੁਲ ਨਹੀਂ ਕਰਨਾ ਹੈ। ਦਿਨ ਵਿੱਚ ਚੱਲਦੇ ਫਿਰਦੇ ਕੰਮ ਕਾਰ ਕਰਦੇ ਸਮੇਂ ਪਰਮਾਤਮਾ ਦਾ ਨਾਮ ਜਪੋ।
ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਪਰਮਾਤਮਾ ਨੂੰ ਚੇਤੇ ਰੱਖੋ। ਨਾਮ ਜਪਣ ਦੀ ਸ਼ੁਰੂਆਤ ਕਰਨ ਤੋਂ ਬਾਅਦ ਜਦ 1 ਮਹੀਨਾ ਬੀਤ ਜਾਵੇਗਾ ਤਾਂ ਤੁਸੀਂ ਦੇਖੋਗੇ ਕਿ ਤੁਹਾਡਾ ਮਨ ਸ਼ਾਂਤ ਰਹਿਣ ਲੱਗ ਗਿਆ ਹੈ। ਇਸ ਤੋਂ ਬਾਅਦ ਤੁਹਾਨੂੰ ਨਾਮ ਜਪਣ ਵਿੱਚ ਬਹੁਤ ਆਨੰਦ ਆਉਣ ਲੱਗ ਜਾਵੇਗਾ। ਹੌਲੀ ਹੌਲੀ ਧਿਆਨ ਲਗਾਉਣਾ, ਇਹ ਸਮਾਂ ਹੋਰ ਵੀ ਵਧਾ ਦੇਵੋ। ਇਹ ਸਮਾਂ 1 ਘੰਟਾ ਵੀ ਹੋ ਸਕਦਾ ਹੈ ਤੇ 4 ਘੰਟੇ ਵੀ ਹੋ ਸਕਦਾ ਹੈ। ਜਿੰਨਾ ਜ਼ਿਆਦਾ ਧਿਆਨ ਲਗਾਓਗੇ ਓਨਾ ਹੀ ਛੇਤੀ ਅੱਗੇ ਵੱਧ ਪਾਓਗੇ। ਪਰ ਸਰੀਰ ਨਾਲ ਧੱਕਾ ਬਿਲਕੁਲ ਨਹੀਂ ਕਰਨਾ। ਹਰ ਰੋਜ਼ ਘੱਟ ਤੋਂ ਘੱਟ 30 ਮਿੰਟ ਧਿਆਨ ਲਗਾਉਣਾ ਲਾਜ਼ਮੀ ਹੈ। ਸ਼ੁਰੂਆਤ ਵਿੱਚ ਭਾਵੇਂ 5 ਮਿੰਟ ਹੀ ਲਗਾ ਪਾਓਗੇ, ਪਰ ਜਦ ਹੌਲੀ ਹੌਲੀ 30 ਮਿੰਟ ਤੱਕ ਪਹੁੰਚ ਜਾਵੋਗੇ ਤਾਂ ਇਸ ਤੋਂ ਘੱਟ ਧਿਆਨ ਨਹੀਂ ਲਗਾਉਣਾ ਚਾਹੀਦਾ। ਕਦੇ ਜੇਕਰ ਕਿਸੇ ਖਾਸ ਕੰਮ ਕਰਕੇ ਜਾਂ ਬਿਮਾਰ ਆਦਿ ਹੋਣ ਕਰਕੇ ਧਿਆਨ ਨਹੀਂ ਵੀ ਲੱਗਾ ਤਾਂ ਸ਼ੰਕਾ ਵਿੱਚ ਨਹੀਂ ਪੈਣਾ ਚਾਹੀਦਾ ਕਿ ਮੇਰੀ ਭਗਤੀ ਖਰਾਬ ਹੋ ਗਈ। ਇਹ ਸ਼ੰਕਾ ਵਿਅਰਥ ਹੈ, ਇਸ ਵਿੱਚ ਕੋਈ ਗਲਤੀ ਨਹੀਂ ਹੈ। ਜੇਕਰ ਕਿਸੇ ਬਿਮਾਰੀ ਜਾਂ ਖਾਸ ਕੰਮ ਕਰਕੇ ਤੁਸੀਂ ਧਿਆਨ ਨਹੀਂ ਲਗਾ ਪਾਏ, ਬੁਰੀ ਸੰਗਤ ਤੋਂ ਬਿਲਕੁਲ ਦੂਰ ਰਹੋ। ਬੁਰੀਆਂ ਗੱਲਾਂ ਸੁਣ ਕੇ ਮਨ ਵਿੱਚ ਬੁਰਾਈ ਨੂੰ ਸ਼ਕਤੀ ਮਿਲਦੀ ਹੈ ਤੇ ਬੁਰਾਈ ਵਾਲੀ ਆਵਾਜ਼ ਸ਼ਕਤੀਸ਼ਾਲੀ ਹੋਣ ਲੱਗਦੀ ਹੈ। ਇਸ ਲਈ ਕਦੇ ਘਟੀਆ ਸੰਗਤ ਨਾ ਕਰੋ, ਕਿਸੇ ਦੀ ਵੀ ਨਿੰਦਿਆ ਚੁਗਲੀ ਨਾ ਕਰੋ ਅਤੇ ਨਾ ਹੀ ਸੁਣੋ। ਸਵੇਰੇ ਜਲਦੀ ਉੱਠ ਕੇ ਧਿਆਨ ਲਗਾਉਣ ਨਾਲ ਤੁਹਾਡੇ ਸੰਸਾਰੀ ਕੰਮਾਂ ਵਿੱਚ ਵਿਘਨ ਨਹੀਂ ਪਏਗਾ। ਇਸ ਲਈ ਜਲਦੀ ਉੱਠ ਕੇ ਧਿਆਨ ਲਗਾਉਣਾ ਚਾਹੀਦਾ ਹੈ। ਮਾਹੌਲ ਜਿੰਨਾ ਸ਼ਾਂਤ ਹੋਵੇਗਾ, ਧਿਆਨ ਓਨਾ ਹੀ ਵਧੀਆ ਲੱਗੇਗਾ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਧਿਆਨ ਲਗਾਉਣਾ ਚਾਹੀਦਾ ਹੈ, ਪਰ ਜੇਕਰ ਉਸ ਸਮੇਂ ਤੱਕ ਤੁਸੀਂ ਦਿਨ ਭਰ ਕੰਮ ਕਰਕੇ ਥੱਕ ਜਾਂਦੇ ਹੋ ਤਾਂ ਫਿਰ ਅਜਿਹੇ ਲੋਕਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਧਿਆਨ ਨਹੀਂ ਲਗਾਉਣਾ ਚਾਹੀਦਾ, ਪਰ ਸਵੇਰੇ ਧਿਆਨ ਲਗਾਉਣਾ ਲਾਜ਼ਮੀ ਹੈ। ਤੁਸੀਂ ਧਿਆਨ ਭਾਵੇਂ 30 ਮਿੰਟ ਲਗਾਓ, ਭਾਵੇਂ 5 ਘੰਟੇ, ਇਹ ਤੁਹਾਡੀ ਮਰਜ਼ੀ ਹੈ। ਪਰ ਜਿੰਨਾ ਤੁਹਾਡਾ ਸਰੀਰ ਆਸਾਨੀ ਨਾਲ ਕਰ ਸਕਦਾ ਹੈ ਓਨਾ ਹੀ ਕਰੋ। ਧੱਕਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਕਈ ਵਾਰੀ ਘਾਤਕ ਸਿੱਧ ਹੁੰਦਾ ਹੈ। ਪਰ ਦਿਨ ਵਿੱਚ ਚੱਲਦੇ ਫਿਰਦੇ ਕੰਮਕਾਰ ਕਰਦੇ ਸਮੇਂ ਪਰਮਾਤਮਾ ਦਾ ਨਾਮ ਜਪਣੇ ਰਹਿਣਾ ਚਾਹੀਦਾ ਹੈ। ਉਸ ਨੂੰ ਹਰ ਸਮੇਂ ਯਾਦ ਰੱਖੋ। ਜਦ ਤੁਸੀਂ ਭਗਤੀ ਕਰਨ ਲੱਗ ਜਾਵੋਗੇ ਤਾਂ ਕੁਝ ਕੁ ਮਹੀਨਿਆਂ ਵਿੱਚ ਹੀ ਤੁਹਾਨੂੰ ਅਲੌਕਿਕ ਆਭਾਸ ਹੋਣ ਲੱਗ ਜਾਣਗੇ। ਮਨੁੱਖ ਜਦ ਭਗਤੀ ਕਰਦਾ ਹੈ ਤਾਂ ਕੁਝ ਕੁ ਮਹੀਨੇ ਬਾਅਦ ਸਾਨੂੰ ਭਵਿੱਖ ਦੇ ਛੋਟੇ ਛੋਟੇ ਦ੍ਰਿਸ਼ ਦਿਖਣ ਲੱਗ ਜਾਂਦੇ ਹਨ। ਸਾਨੂੰ ਕੋਈ ਖਿਆਲ ਆਉਂਦਾ ਹੈ ਤੇ ਕੁਝ ਕੁ ਸਮੇਂ ਬਾਅਦ ਅਸੀਂ ਉਸ ਖਿਆਲ ਨੂੰ ਆਪਣੀ ਅਸਲ ਜ਼ਿੰਦਗੀ ਵਿੱਚ ਅਸਲੀਅਤ ਦੇ ਰੂਪ ਵਿੱਚ ਵੇਖਦੇ ਹਾਂ। ਅਸੀਂ ਸੋਚਦੇ ਹਾਂ ਕਿ ਇਹ ਘਟਨਾ ਤਾਂ ਮੈਂ ਪਹਿਲਾਂ ਦੇਖ ਚੁੱਕਾ ਹਾਂ। ਸਾਨੂੰ ਕਾਫੀ ਹੈਰਾਨੀ ਹੁੰਦੀ ਹੈ। ਅਸੀਂ ਆਪਣੇ ਸੁਪਨੇ ਵਿੱਚ ਜਾਂ ਖਿਆਲ ਵਿੱਚ ਦਿਖੇ ਕਿਸੇ ਦ੍ਰਿਸ਼ ਨੂੰ ਅਸਲ ਵਿੱਚ ਵਾਪਰਦਾ ਵੇਖਦੇ ਹਾਂ। ਇਹ ਕਈ ਵਾਰੀ ਭਗਤੀ ਨਾ ਕਰਨ ਵਾਲੇ ਇਨਸਾਨਾਂ ਨਾਲ ਵੀ ਹੁੰਦਾ ਹੈ। ਆਮ ਮਨੁੱਖ ਨਾਲ ਇਹ ਕਦੇ ਹੀ ਵਾਪਰਦਾ ਹੈ, ਪਰ ਭਗਤੀ ਕਰਨ ਵਾਲਿਆਂ ਲਈ ਇਹ ਆਮ ਹੋ ਜਾਂਦਾ ਹੈ। ਭਗਤੀ ਮਾਰਗ 'ਤੇ ਚੱਲਦੇ ਸਮੇਂ ਸਾਨੂੰ ਭਵਿੱਖ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਸੁਪਨੇ ਵਿੱਚ ਜਾਂ ਆਪਣੇ ਖਿਆਲਾਂ ਵਿੱਚ ਆਮ ਹੀ ਦਿਖਣ ਲੱਗ ਜਾਂਦੀਆਂ ਹਨ। ਇਸ ਦਾ ਮਤਲਬ ਹੈ ਕਿ ਤੁਸੀਂ ਅੱਗੇ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ। ਪਰ ਇੱਥੇ ਇੱਕ ਗੱਲ ਸਭ ਤੋਂ ਵੱਧ ਜ਼ਰੂਰੀ ਹੈ ਕਿ ਸਾਨੂੰ ਭਾਵੇਂ ਕੋਈ ਵੀ ਆਭਾਸ ਹੋਵੇ, ਅਸੀਂ ਕਿਸੇ ਵੀ ਮਨੁੱਖ ਨਾਲ ਉਸ ਨੂੰ ਸਾਂਝਾ ਨਹੀਂ ਕਰਨਾ ਹੈ। ਸਾਨੂੰ ਕਿਸੇ ਨੂੰ ਵੀ ਆਪਣੇ ਨਾਲ ਹੋ ਰਹੀਆਂ ਅਲੌਕਿਕ ਘਟਨਾਵਾਂ ਬਾਰੇ ਬਿਲਕੁਲ ਵੀ ਨਹੀਂ ਦੱਸਣਾ ਚਾਹੀਦਾ, ਭਾਵੇਂ ਉਹ ਸਾਡਾ ਸਭ ਤੋਂ ਕਰੀਬੀ ਹੀ ਹੋਵੇ। ਆਪਣੀ ਅਧਿਆਤਮਿਕ ਵਿੱਦਿਆ ਬਾਰੇ ਕਦੇ ਵੀ ਕਿਸੇ ਨੂੰ ਨਾ ਦੱਸੋ। ਆਪਣਾ ਖਜ਼ਾਨਾ ਛੁਪਾ ਕੇ ਰੱਖੋ ਤੇ ਖੁਦ ਹੀ ਇਸ ਦਾ ਆਨੰਦ ਲਵੋ। ਜਦ ਅਸੀਂ ਭਗਤੀ ਕਰਦੇ ਹਾਂ ਤਾਂ ਬਹੁਤ ਲੋਕ ਸਾਡੇ ਇਸ ਕੰਮ ਵਿੱਚ ਅੜਿੱਕਾ ਬਣਦੇ ਹਨ। ਉਹ ਸਾਨੂੰ ਪਰਮਾਤਮਾ ਬਾਰੇ ਭਰਮ ਭੁਲੇਖਿਆਂ ਵਿੱਚ ਪਾਉਂਦੇ ਹਨ। ਉਹਨਾਂ ਦੀਆਂ ਗੱਲਾਂ ਨਾ ਸੁਣੋ।
ਜੇਕਰ ਆਮ ਲੋਕਾਂ ਦੀਆਂ ਗੱਲਾਂ ਸੁਣਨ ਲੱਗ ਗਏ ਤਾਂ ਕਦੇ ਵੀ ਅੱਗੇ ਨਹੀਂ ਵੱਧ ਪਾਓਗੇ। ਜ਼ਿੰਦਗੀ ਵਿੱਚ ਉਤਾਰ ਚੜ੍ਹਾਅ ਭਾਵੇਂ ਜਿੰਨੇ ਵੀ ਮਰਜ਼ੀ ਆ ਜਾਣ, ਪਰ ਭਗਤੀ ਤੋਂ ਨਹੀਂ ਡੁੱਲਣਾ ਚਾਹੀਦਾ। ਭਗਤੀ ਕਦੇ ਵੀ ਨਹੀਂ ਛੱਡਣੀ ਚਾਹੀਦੀ। ਭਾਵੇਂ ਜੀਵਨ ਵਿੱਚ ਸੁੱਖਾਂ ਦੀ ਭਰਮਾਰ ਹੋ ਜਾਵੇ, ਪਰਮਾਤਮਾ ਦਾ ਨਾਮ ਜਪਣੋਂ ਨਾ ਹਟੋ। ਭਾਵੇਂ ਦੁੱਖਾਂ ਦਾ ਕਹਿਰ ਟੁੱਟ ਪਵੇ, ਇਹ ਸਭ ਚੀਜ਼ਾਂ ਸਾਨੂੰ ਭਗਤੀ ਤੋਂ ਭਟਕਾਉਣ ਲਈ ਹੀ ਆਉਂਦੀਆਂ ਹਨ। ਇਹ ਕਾਲੀਆਂ ਸ਼ਕਤੀਆਂ ਦੀਆਂ ਚਾਲਾਂ ਹੁੰਦੀਆਂ ਹਨ। ਇਹਨਾਂ ਵਿੱਚ ਨਾ ਫਸੋ। ਸਿਰਫ ਇੱਕ ਗੱਲ ਯਾਦ ਰੱਖੋ ਕਿ ਜੀਣਾ ਵੀ ਨਾਮ ਜਪਣ ਲਈ ਹੈ ਤੇ ਮਰਨਾ ਵੀ ਨਾਮ ਜਪਣ ਲਈ ਹੈ। ਭਗਤੀ ਕਰਨ ਨੂੰ ਜੀਵਨ ਦਾ ਮੁੱਖ ਟੀਚਾ ਬਣਾ ਲਵੋ। ਕੁਝ ਕੁ ਸਮੇਂ ਬਾਅਦ ਤੁਹਾਡੇ ਆਲੇ ਦੁਆਲੇ ਸਕਾਰਾਤਮਕ ਊਰਜਾ ਦਾ ਘੇਰਾ ਬਣ ਜਾਵੇਗਾ। ਤੁਹਾਡੇ ਮਨ ਅੰਦਰੋਂ ਈਰਖਾ, ਨਫ਼ਰਤ, ਕ੍ਰੋਧ, ਮੋਹ ਆਦਿ ਭਾਵਨਾਵਾਂ ਮਰ ਜਾਣਗੀਆਂ। ਤੁਹਾਡੇ ਆਲੇ ਦੁਆਲੇ ਦੇਵੀ ਦੇਵਤਿਆਂ ਦੀ ਭਰਮਾਰ ਹੋ ਜਾਵੇਗੀ। ਚੰਗੀਆਂ ਰੂਹਾਂ ਭਗਤੀ ਕਰਨ ਵਾਲਿਆਂ ਦੀ ਸੰਗਤ ਪਸੰਦ ਕਰਦੀਆਂ ਹਨ। ਅਸੀਂ ਭਗਤੀ ਵਿੱਚ ਜਦ ਕਾਫੀ ਮਗਨ ਹੋ ਜਾਂਦੇ ਹਾਂ ਤਾਂ ਦੇਵੀ ਦੇਵਤੇ ਸਾਡੇ ਨਾਲ ਰਹਿਣ ਲੱਗ ਜਾਂਦੇ ਹਨ। ਇਹਨਾਂ ਦਾ ਕਦੇ-ਕਦੇ ਸਾਨੂੰ ਅਹਿਸਾਸ ਵੀ ਹੁੰਦਾ ਹੈ। ਇਹ ਆਪਣਾ ਅਹਿਸਾਸ ਫੁੱਲਾਂ ਦੀ ਮਹਿਕ ਦੁਆਰਾ ਕਰਵਾਉਂਦੇ ਹਨ। ਦੇਵੀ ਦੇਵਤਿਆਂ ਦੇ ਸਾਡੇ ਆਲੇ ਦੁਆਲੇ ਮੰਡਰਾਉਣ ਨਾਲ ਸਾਨੂੰ ਫੁੱਲਾਂ ਦੀ ਸੁਗੰਧ ਆਉਂਦੀ ਹੈ। ਭਾਵੇਂ ਸਾਡੇ ਆਲੇ ਦੁਆਲੇ ਦੂਰ ਦੂਰ ਤੱਕ ਕੋਈ ਫੁੱਲ ਨਾ ਹੋਵੇ, ਭਾਵੇਂ ਅਸੀਂ ਗੰਦ ਦੇ ਢੇਰ ਕੋਲ ਬੈਠੇ ਹੋਈਏ, ਜੇ ਸਾਡੇ ਆਲੇ ਦੁਆਲੇ ਦੇਵੀ ਦੇਵਤੇ ਹੋਣ ਤਾਂ ਸਾਨੂੰ ਫੁੱਲਾਂ ਦੀ ਮਹਿਕ ਜ਼ਰੂਰ ਆਵੇਗੀ। ਪਰ ਅਸੀਂ ਇਹਨਾਂ ਵੱਲ ਕੋਈ ਧਿਆਨ ਨਹੀਂ ਦੇਣਾ ਹੈ। ਸਾਨੂੰ ਇਸ ਅਵਸਥਾ ਵਿੱਚ ਪਹੁੰਚ ਕੇ ਬਸ ਇੰਨਾ ਕੁ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਭਗਤੀ ਮਾਰਗ ਵਿੱਚ ਇੱਕ ਹੋਰ ਪੌੜੀ ਸਰ ਕਰ ਲਈ ਹੈ। ਇਸ ਤੋਂ ਬਾਅਦ ਭਗਤੀ ਕਰਦੇ ਕਰਦੇ ਤੁਸੀਂ ਅਜਿਹੀ ਸਥਿਤੀ ਵਿੱਚ ਪਹੁੰਚ ਜਾਵੋਗੇ ਜਦ ਤੁਹਾਨੂੰ ਸੁਪਨੇ ਵਿੱਚ ਜਾਂ ਅਸਲ ਵਿੱਚ ਆਪਣੇ ਸਾਹਮਣੇ ਕੋਈ ਗੁਰੂ ਪੀਰ ਜਾਂ ਦੇਵਤਾ ਖੜਾ ਦਿਖਾਈ ਦੇਵੇਗਾ। ਪਰ ਇਹ ਅਸਲ ਨਹੀਂ ਹੁੰਦਾ। ਕਈ ਲੋਕ ਸੋਚਣ ਲੱਗ ਜਾਂਦੇ ਹਨ ਕਿ ਮੈਨੂੰ ਗੁਰੂ ਪੀਰ ਜਾਂ ਦੇਵਤੇ ਦੇ ਦਰਸ਼ਨ ਹੋ ਗਏ। ਇਹ ਗਲਤ ਹੈ। ਇਹ ਸੱਚ ਨਹੀਂ ਹੁੰਦਾ। ਇਹ ਸਿਰਫ ਰਿੱਧੀਆਂ ਸਿੱਧੀਆਂ ਹੁੰਦੀਆਂ ਹਨ। ਇਹ ਉਹ ਸ਼ਕਤੀਆਂ ਹਨ ਜੋ ਸਾਨੂੰ ਭਗਤੀ ਮਾਰਗ ਉੱਤੇ ਅੱਗੇ ਵਧਣ ਤੋਂ ਰੋਕਣ ਲਈ ਆਉਂਦੀਆਂ ਹਨ। ਸਾਨੂੰ ਦਿਖਾਈ ਦੇਣ ਵਾਲਾ ਗੁਰੂ ਪੀਰ ਜਾਂ ਦੇਵਤਾ ਅਸਲ ਨਹੀਂ ਹੁੰਦਾ। ਇਹ ਸਿਰਫ ਭਰਮ ਹੁੰਦਾ ਹੈ। ਤੁਸੀਂ ਇਹਨਾਂ ਵੱਲ ਵੀ ਧਿਆਨ ਨਹੀਂ ਦੇਣਾ ਹੈ। ਇਸ ਸਥਿਤੀ ਵਿੱਚ ਤੁਸੀਂ ਇਹ ਸਮਝ ਲਵੋ ਕਿ ਤੁਸੀਂ ਭਗਤੀ ਮਾਰਗ ਉੱਤੇ ਹੋਰ ਵੀ ਅੱਗੇ ਵੱਧ ਗਏ ਹੋ। ਇਸ ਤੋਂ ਬਾਅਦ ਤੁਹਾਡਾ ਮਨ ਸ਼ਾਂਤ ਰਹਿਣ ਲੱਗ ਜਾਵੇਗਾ। ਕਿਸੇ ਦੀ ਮੰਦੀ ਫਿੱਕੇ ਗੱਲ ਦਾ ਤੁਹਾਡੇ ਉੱਤੇ ਕੋਈ ਬੁਰਾ ਅਸਰ ਨਹੀਂ ਹੋਵੇਗਾ। ਤੁਸੀਂ ਦੁਨਿਆਵੀ ਗੱਲਾਂ ਤੋਂ ਉੱਤੇ ਉੱਠ ਜਾਓਗੇ। ਤੁਹਾਡੇ ਅੰਦਰੋਂ ਵਾਧੂ ਇੱਛਾਵਾਂ ਦਾ ਅੰਤ ਹੋ ਜਾਵੇਗਾ। ਤੁਸੀਂ ਤਿਆਗੀ ਬਿਰਤੀ ਦੇ ਬਣ ਜਾਵੋਗੇ। ਤੁਹਾਡੇ ਅੰਦਰ ਮਹਾਨ ਵਿਚਾਰਾਂ ਦਾ ਪ੍ਰਵਾਹ ਚੱਲਣ ਲੱਗ ਜਾਵੇਗਾ। ਤੁਸੀਂ ਬਹੁਤ ਵਧੀਆ ਵਿਚਾਰਾਂ ਦੇ ਮਾਲਕ ਬਣ ਜਾਵੋਗੇ। ਤੁਹਾਡੇ ਮਨ ਵਿੱਚ ਹਰ ਸਮੇਂ ਬਹੁਤ ਉੱਚੇ ਉੱਚੇ ਵਿਚਾਰਾਂ ਦਾ ਪ੍ਰਵਾਹ ਚੱਲਦਾ ਰਹੇਗਾ। ਤੁਸੀਂ ਹਰ ਸਮੇਂ ਪਰਮਾਤਮਾ ਦੀ ਯਾਦ ਵਿੱਚ ਗੜੋਚ ਰਹਿਣ ਲੱਗ ਜਾਵੋਗੇ। ਸੁੱਤੇ ਹੋਏ ਵੀ ਤੁਹਾਡੇ ਅੰਦਰ ਨਾਮ ਸਿਮਰਨ ਦਾ ਪ੍ਰਵਾਹ ਚੱਲਦਾ ਰਹੇਗਾ। ਇੱਥੇ ਪਹੁੰਚ ਕੇ ਦੁਨੀਆ ਦਾ ਤਿਆਗ ਨਹੀਂ ਕਰਨਾ ਹੈ। ਕਈ ਮਨੁੱਖ ਦੁਨੀਆਦਾਰੀ ਛੱਡ ਕੇ ਦੂਰ ਦੁਰਾਡੇ ਇਕੱਲੇ ਰਹਿਣ ਲੱਗ ਜਾਂਦੇ ਹਨ। ਅਸੀਂ ਅਜਿਹਾ ਨਹੀਂ ਕਰਨਾ ਹੈ। ਅਸੀਂ ਇਸ ਦੁਨੀਆ ਵਿੱਚ ਵੀ ਰਹਿਣਾ ਹੈ ਤੇ ਆਪਣੇ ਕੰਮ ਵੀ ਕਰਨੇ ਹਨ। ਇਸ ਸਥਿਤੀ ਵਿੱਚ ਮਨੁੱਖ ਦੁਨਿਆਵੀ ਇੱਛਾਵਾਂ ਦੇ ਮਰ ਜਾਣ ਕਾਰਨ ਦੁਨਿਆਵੀ ਕੰਮਾਂ ਤੋਂ ਦੂਰ ਭੱਜਣ ਲੱਗ ਜਾਂਦਾ ਹੈ। ਇਸ ਸਥਿਤੀ ਵਿੱਚ ਮਨੁੱਖ ਦੁਚਿੱਤੀ ਵਿੱਚ ਪੈ ਜਾਂਦਾ ਹੈ। ਉਹ ਸੋਚਦਾ ਹੈ ਕਿ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਉਹ ਇਸ ਦਾ ਅਮਲੀ ਹੋ ਜਾਂਦਾ ਹੈ। ਉਹ ਸੋਚਦਾ ਹੈ ਕਿ ਘਰ ਦੇ ਕੰਮਾਂ ਕਾਰਨ ਪਰਮਾਤਮਾ ਦਾ ਨਾਮ ਜਪਣ ਵਿੱਚ ਵਿਘਨ ਪੈਂਦਾ ਹੈ। ਇਸ ਸਥਿਤੀ ਵਿੱਚ ਸਾਡਾ ਮਨ
ਸਾਨੂੰ ਫਿਰ ਤੋਂ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ। ਅਸੀਂ ਸੋਚਦੇ ਹਾਂ ਕਿ ਸਾਡੇ ਸੰਸਾਰੀ ਕੰਮ ਸਾਡੇ ਭਗਤੀ ਮਾਰਗ ਵਿੱਚ ਅੜਿੱਕਾ ਬਣ ਰਹੇ ਹਨ, ਪਰ ਤੁਸੀਂ ਮਨ ਦੀ ਇਸ ਚਾਲ ਵਿੱਚ ਨਾ ਫਸੋ। ਸੰਸਾਰਕ ਕੰਮਕਾਰ ਕਰਦੇ ਸਮੇਂ ਪ੍ਰਮਾਤਮਾ ਦਾ ਨਾਮ ਜਪੋ। ਇਹ ਭਗਤੀ ਮਾਰਗ ਵਿੱਚ ਕੋਈ ਅੜਿੱਕਾ ਨਹੀਂ ਹਨ। ਤੁਸੀਂ ਕੰਮ ਕਰੋ, ਨਾਲ ਨਾਲ ਪ੍ਰਮਾਤਮਾ ਦਾ ਨਾਮ ਜਪੋ। ਭੁੱਲਦੇ ਹੋ ਤਾਂ ਫਿਰ ਯਾਦ ਕਰੋ। ਇਸ ਤਰ੍ਹਾਂ ਕੰਮ ਕਰਦੇ ਹੋਏ ਨਾਮ ਜਪਦੇ ਰਹੋ। ਕੰਮ ਕਰਦੇ ਸਮੇਂ ਨਾਮ ਜਪਣ ਨਾਲ ਅਸੀਂ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਪਰਮਾਤਮਾ ਵੱਲ ਜਾਂਦੇ ਹਾਂ, ਕਿਉਂਕਿ ਕਿਰਤ ਕਰਨ ਨਾਲ ਸਾਡੇ ਅੰਦਰ ਜੋ ਨਕਾਰਾਤਮਕ ਊਰਜਾ ਹੁੰਦੀ ਹੈ ਉਹ ਬਾਹਰ ਨਿਕਲ ਜਾਂਦੀ ਹੈ ਤੇ ਮਨ ਸ਼ਾਂਤ ਹੋ ਜਾਂਦਾ ਹੈ। ਇਸ ਤਰ੍ਹਾਂ ਭਗਤੀ ਮਾਰਗ ਹੋਰ ਵੀ ਆਸਾਨ ਹੋ ਜਾਂਦਾ ਹੈ। ਇਸ ਤੋਂ ਬਾਅਦ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਨੂੰ ਗਾਉਣ ਲੱਗ ਜਾਂਦਾ ਹੈ। ਇਹ ਹਰ ਸਮੇਂ ਪਰਮਾਤਮਾ ਦੇ ਨਾਮ ਨੂੰ ਗਾਉਂਦਾ ਰਹਿੰਦਾ ਹੈ। ਜਦ ਸਾਡੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਹਨ ਤੇ ਅਸੀਂ ਹਰ ਸਮੇਂ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿਣ ਲੱਗ ਜਾਂਦੇ ਹਾਂ, ਤਾਂ ਇਸ ਸਥਿਤੀ ਵਿੱਚ ਸਮਝ ਲਵੋ ਕਿ ਅਸੀਂ ਭਗਤੀ ਮਾਰਗ ਵਿੱਚ ਹੋਰ ਵੀ ਅੱਗੇ ਵੱਧ ਗਏ ਹਾਂ। ਇਸ ਤੋਂ ਬਾਅਦ ਸਾਡੀ ਜੀਭ ਤਾਲੂਏ ਨਾਲ ਲੱਗ ਜਾਂਦੀ ਹੈ। ਆਮ ਤੌਰ 'ਤੇ ਹਰ ਮਨੁੱਖ ਦੀ ਜੀਭ ਮੂੰਹ ਦੇ ਅੰਦਰ ਥੱਲੇ ਵਾਲੇ ਪਾਸੇ ਹੀ ਰਹਿੰਦੀ ਹੈ, ਪਰ ਜਦ ਅਸੀਂ ਮਨ ਦੁਆਰਾ ਹਰ ਸਮੇਂ ਪਰਮਾਤਮਾ ਦਾ ਗਾਇਨ ਕਰਨ ਦੀ ਸਥਿਤੀ ਵਿੱਚ ਪਹੁੰਚਦੇ ਹਾਂ ਤਾਂ ਸਾਡੀ ਜੀਭ ਮੂੰਹ ਦੇ ਅੰਦਰ ਹੇਠਲੇ ਹਿੱਸੇ 'ਤੇ ਰਹਿਣ ਦੀ ਬਜਾਏ ਸਾਡੇ ਤਾਲੂਏ ਨਾਲ ਲੱਗ ਜਾਂਦੀ ਹੈ। ਸਾਡੀਆਂ ਦੋਵੇਂ ਨਾਸਾਂ ਵਿੱਚੋਂ ਬਰਾਬਰ ਸਵਾਸ ਆਉਣ ਲੱਗ ਜਾਂਦੇ ਹਨ। ਆਮ ਮਨੁੱਖ ਨੂੰ ਕਦੇ ਖੱਬੇ ਪਾਸੇ ਦੀ ਨਾਸ ਤੋਂ ਸਾਹ ਆਉਂਦਾ ਹੈ ਤੇ ਕਦੇ ਸੱਜੇ ਪਾਸੇ ਦੀ ਨਾਸ ਵਿੱਚੋਂ ਆਉਂਦਾ ਹੈ। ਪਰ ਜਦੋਂ ਅਸੀਂ ਪਰਮਾਤਮਾ ਦੇ ਨਾਮ ਵਿੱਚ ਕਾਫੀ ਮਗਨ ਰਹਿਣ ਲੱਗ ਜਾਂਦੇ ਹਾਂ ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਲਗਾਉਂਦੇ ਹਾਂ ਤਾਂ ਸਾਡੀਆਂ ਦੋਵੇਂ ਨਾਸਾਂ ਵਿੱਚੋਂ ਬਰਾਬਰ ਸਵਾਸ ਆਉਣ ਲੱਗ ਜਾਂਦੇ ਹਨ। ਇਹ ਦੋਵੇਂ ਹੀ ਬਰਾਬਰ ਚੱਲਣ ਲੱਗ ਜਾਂਦੀਆਂ ਹਨ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਸਾਡੀ ਰੀੜ੍ਹ ਦੀ ਹੱਡੀ ਦੇ ਦੋਵੇਂ ਪਾਸੇ ਜੋ ਈੜਾ ਅਤੇ ਪਿੰਗਲਾ ਨਾਮ ਦੀਆਂ ਦੋ ਨਾੜੀਆਂ ਹੁੰਦੀਆਂ ਹਨ, ਇਹਨਾਂ ਤੋਂ ਊਰਜਾ ਦਸਮ ਦੁਆਰ ਵੱਲ ਨੂੰ ਬਰਾਬਰ ਮਾਤਰਾ ਵਿੱਚ ਚੱਲਣਾ ਸ਼ੁਰੂ ਕਰ ਦਿੰਦੀ ਹੈ, ਜਿਸ ਕਾਰਨ ਸਵਾਸ ਬਰਾਬਰ ਹੋ ਜਾਂਦੇ ਹਨ। ਇਸ ਤੋਂ ਬਾਅਦ ਨਾਮ ਜਪਣ ਵਾਲੇ ਇਨਸਾਨ ਦੇ ਆਲੇ ਦੁਆਲੇ ਅਲੌਕਿਕ ਸ਼ਕਤੀਆਂ ਘੁੰਮਣ ਲੱਗ ਜਾਂਦੀਆਂ ਹਨ। ਉਸ ਅੰਦਰ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਹਨ। ਮਨੁੱਖ ਕਈ ਰਿੱਧੀਆਂ ਸਿੱਧੀਆਂ, ਜਿਵੇਂ ਕਿ ਕਿਸੇ ਦੇ ਮਨ ਦੀ ਗੱਲ ਜਾਣ ਲੈਣਾ, ਕਿਸੇ ਨੂੰ ਵੱਸ ਵਿੱਚ ਕਰ ਲੈਣਾ, ਜੋ ਕਹਿਣਾ ਸੱਚ ਹੋ ਜਾਣਾ, ਹਵਾ ਵਿੱਚ ਉੱਡਣਾ, ਆਕਾਰ ਬਦਲ ਲੈਣਾ, ਕਿਸੇ ਹੋਰ ਦੇ ਸਰੀਰ ਵਿੱਚ ਦਾਖਲ ਹੋਣਾ ਆਦਿ ਦਾ ਮਾਲਕ ਬਣ ਜਾਂਦਾ ਹੈ। ਪਰ ਅਸੀਂ ਇਹਨਾਂ ਤੋਂ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਨੀ ਹੈ। ਇਹ ਸਾਨੂੰ ਭਗਤੀ ਮਾਰਗ ਤੋਂ ਭਟਕਾਉਣ ਲਈ ਆਉਂਦੀਆਂ ਹਨ। ਜਦ ਮਨੁੱਖ ਇਹਨਾਂ ਦਾ ਇਸਤੇਮਾਲ ਕਰਨ ਲੱਗ ਜਾਵੇ ਤਾਂ ਕੋਈ ਨਾ ਕੋਈ ਪਾਪ ਕਰੀ ਬੈਠਦਾ ਹੈ ਤੇ ਸਾਡੀ ਸਾਰੀ ਭਗਤੀ ਵਿਅਰਥ ਹੋ ਜਾਂਦੀ ਹੈ। ਇਸ ਲਈ ਇਹਨਾਂ ਰਿੱਧੀਆਂ ਸਿੱਧੀਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਪਰ ਜੇਕਰ ਕਦੇ ਕੋਈ ਅੱਤ ਦੀ ਮੁਸ਼ਕਲ ਆ ਜਾਵੇ ਤੇ ਉਸ ਨੂੰ ਹੱਲ ਕਰਨ ਦਾ ਕੋਈ ਹੋਰ ਹੀਲਾ ਵਸੀਲਾ ਨਾ ਰਹੇ ਤਾਂ ਫਿਰ ਅਸੀਂ ਇਹਨਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਇੰਨਾ ਧਿਆਨ ਰਹੇ ਕਿ ਕੁਦਰਤ ਦੇ ਨਿਯਮਾਂ ਨਾਲ ਕੋਈ ਛੇੜਛਾੜ ਨਾ ਹੋਵੇ। ਜਦ ਤੁਹਾਡੇ ਵਿੱਚ ਇਹ ਅਲੌਕਿਕ ਸ਼ਕਤੀਆਂ ਭਾਵ ਰਿੱਧੀਆਂ ਸਿੱਧੀਆਂ ਆ ਜਾਣ ਤਾਂ ਤੁਸੀਂ ਇਹ ਸਮਝ ਲੈਣਾ ਕਿ ਤੁਸੀਂ ਭਗਤੀ ਮਾਰਗ ਵਿੱਚ ਹੋਰ ਵੀ ਉੱਚੀ ਅਵਸਥਾ ਦੇ ਮਾਲਕ ਬਣ ਗਏ ਹੋ। ਇਸ ਸਮੇਂ ਸਾਨੂੰ ਸਮਾਜ ਵਿੱਚ ਕਈ ਉੱਚੇ ਅਹੁਦੇ ਪ੍ਰਾਪਤ ਕਰਨ ਦੇ ਅਵਸਰ ਮਿਲਣ ਲੱਗ ਜਾਂਦੇ ਹਨ। ਇਹ ਸਭ ਰਿੱਧੀਆਂ ਸਿੱਧੀਆਂ ਹੀ ਕਰ ਰਹੀਆਂ ਹੁੰਦੀਆਂ ਹਨ। ਇਹ ਲੋਕਾਂ ਨੂੰ ਸਾਡੇ ਵੱਲ ਆਕਰਸ਼ਿਤ ਕਰਦੀਆਂ ਹਨ। ਇਹ ਅਵਸਰ ਸਿਰਫ ਸਾਨੂੰ ਭਗਤੀ ਮਾਰਗ ਤੋਂ ਭਟਕਾਉਣ ਲਈ ਹੀ ਆਉਂਦੇ ਹਨ। ਇਹ ਦੁਨਿਆਵੀ ਵਡਿਆਈਆਂ ਵਾਲੇ ਅਵਸਰਾਂ ਤੋਂ ਦੂਰ ਹੀ ਰਹੋ, ਨਹੀਂ ਤਾਂ ਭਗਤੀ ਮਾਰਗ ਤੋਂ ਭਟਕ ਜਾਓਗੇ। ਇਸ ਸਮੇਂ ਸਾਡੀ ਅਵਸਥਾ ਪਰਮਾਤਮਾ ਦੇ ਬਹੁਤ ਕਰੀਬ ਪਹੁੰਚ ਜਾਂਦੀ ਹੈ। ਜਦ ਸਾਡਾ
ਮਨ ਪ੍ਰਭੂ ਦੇ ਗੀਤ ਗਾ ਰਿਹਾ ਹੋਵੇ ਤੇ ਰਿੱਧੀਆਂ ਸਿੱਧੀਆਂ ਸਾਡੇ ਆਲੇ ਦੁਆਲੇ ਘੁੰਮ ਰਹੀਆਂ ਹੋਣ ਤੇ ਦੇਵੀ ਦੇਵਤਿਆਂ ਦਾ ਪਹਿਰਾ ਲੱਗਿਆ ਹੋਵੇ ਤਾਂ ਅਜਿਹੀ ਅਵਸਥਾ ਵਿੱਚ ਕਈ ਵਾਰੀ ਸਾਡੇ ਅੰਦਰ ਹੰਕਾਰ ਵੀ ਪੈਦਾ ਹੋ ਜਾਂਦਾ ਹੈ। ਸਾਨੂੰ ਖੁਦ ਨੂੰ ਵੀ ਪਤਾ ਨਹੀਂ ਚੱਲਦਾ ਕਿ ਅਸੀਂ ਕਿਸ ਵੇਲੇ ਹੰਕਾਰੀ ਹੋ ਗਏ। ਅਸੀਂ ਆਪਣੇ ਆਪ ਨੂੰ ਦੁਨੀਆ ਦੇ ਆਮ ਲੋਕਾਂ ਤੋਂ ਬਹੁਤ ਉੱਚੇ ਸਮਝਣ ਲੱਗ ਜਾਂਦੇ ਹਾਂ। ਹੰਕਾਰ ਸਾਡੇ ਭਗਤੀ ਮਾਰਗ ਉੱਤੇ ਅੱਗੇ ਵਧਣ ਲਈ ਰੁਕਾਵਟ ਪੈਦਾ ਕਰਦਾ ਹੈ। ਇਸ ਹੰਕਾਰ ਨੂੰ ਪੈਦਾ ਨਾ ਹੋਣ ਦੇਵੋ। ਇਸ ਤੋਂ ਬਚਣ ਲਈ ਆਤਮ ਵਿਸ਼ਲੇਸ਼ਣ ਕਰੋ। ਇਕੱਲੇ ਬੈਠ ਕੇ ਸੋਚੋ ਕਿ ਮੇਰੀ ਸੋਚ ਕਿਸ ਪਾਸੇ ਜਾ ਰਹੀ ਹੈ। ਕੀ ਮੈਂ ਦੂਸਰਿਆਂ ਨੂੰ ਨੀਚ ਸਮਝ ਰਿਹਾ ਹਾਂ? ਹਰ ਸਮੇਂ ਮਨੁੱਖ ਨੂੰ ਆਤਮ ਵਿਸ਼ਲੇਸ਼ਣ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਸਾਡਾ ਮਾਰਗ ਦਰਸ਼ਨ ਹੁੰਦਾ ਹੈ। ਸਾਨੂੰ ਆਪਣੇ ਮਨ ਦੀਆਂ ਦੋਵੇਂ ਆਵਾਜ਼ਾਂ ਨੂੰ ਸੁਣਨਾ ਚਾਹੀਦਾ ਹੈ ਤੇ ਇਹਨਾਂ ਦੀ ਗੱਲ ਸੁਣ ਕੇ ਇਹ ਸਿੱਟਾ ਕੱਢਣਾ ਚਾਹੀਦਾ ਹੈ ਕਿ ਮੈਂ ਠੀਕ ਜਾ ਰਿਹਾ ਹਾਂ ਜਾਂ ਕੋਈ ਗਲਤੀ ਕਰ ਰਿਹਾ ਹਾਂ। ਜੋ ਸਹੀ ਸਿੱਧ ਹੋਵੇ ਉਸ ਨੂੰ ਮੰਨ ਲਵੋ। ਜਾਣ ਬੁੱਝ ਕੇ ਅਣਜਾਣ ਨਾ ਬਣੋ। ਮਨ ਦੀਆਂ ਚਾਲਾਂ ਤੋਂ ਬਚੋ। ਇਸ ਤੋਂ ਬਾਅਦ ਜਦ ਤੁਸੀਂ ਹਰ ਸਮੇਂ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿਣ ਲੱਗ ਜਾਂਦੇ ਹੋ, ਤੁਸੀਂ ਤਿਆਗ, ਇਮਾਨਦਾਰੀ, ਪਿਆਰ, ਨਿਆਂ, ਸੱਚ, ਸਮਾਨਤਾ, ਸਦਾਚਾਰ ਆਦਿ ਚੰਗੇ ਗੁਣਾਂ ਦੇ ਮਾਲਕ ਬਣ ਜਾਂਦੇ ਹੋ ਤੇ ਇਸ ਤੋਂ ਬਾਅਦ ਸਾਡੇ ਅੰਦਰ ਪ੍ਰਮਾਤਮਾ ਦੀ ਨਾਮ ਦੀਆਂ ਧੁਨ ਗੂੰਜਣ ਲੱਗ ਜਾਂਦੀ ਹੈ। ਸਾਡੀ ਰੀੜ੍ਹ ਦੀ ਹੱਡੀ ਦੇ ਦੋਵੇਂ ਪਾਸੇ ਦੋ ਨਾੜੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਈੜਾ ਅਤੇ ਪਿੰਗਲਾ ਕਿਹਾ ਜਾਂਦਾ ਹੈ। ਇਹ ਦੋਵੇਂ ਸਾਡੇ ਕੰਨਾਂ ਦੇ ਕੋਲ ਤੋਂ ਦੀ ਹੋ ਕੇ ਸਾਡੇ ਦਸਮ ਦੁਆਰ ਭਾਵ ਦਿਮਾਗ ਦੇ ਮੂਹਰਲੇ ਹਿੱਸੇ ਤੱਕ ਪਹੁੰਚਦੀਆਂ ਹਨ। ਦਸਮ ਦੁਆਰ ਸਾਡੇ ਭਰਵੱਟਿਆਂ ਦੇ ਵਿਚਕਾਰ ਨੱਕ ਤੋਂ ਉੱਪਰਲੇ ਪਾਸੇ ਹੁੰਦਾ ਹੈ। ਇਹਨਾਂ ਦੋਵੇਂ ਨਾੜੀਆਂ ਵਿੱਚ ਪਰਮਾਤਮਾ ਦੇ ਨਾਮ ਦੀ ਧੁਨ ਗੂੰਜਦੀ ਹੈ। ਇਸ ਧੁਨੀ ਨੂੰ ਹੀ ਅਨਹਦ ਨਾਦ ਕਿਹਾ ਜਾਂਦਾ ਹੈ। ਇਹ ਧੁਨ ਸਾਨੂੰ ਸਾਡੇ ਦੋਵੇਂ ਕੰਨਾਂ ਦੇ ਵਿਚਕਾਰ ਸੁਣਾਈ ਦਿੰਦੀ ਹੈ। ਇੱਥੇ ਇੱਕ ਗੱਲ ਸਾਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਇਸ ਧੁਨੀ ਨੂੰ ਸੁਣਨ ਨਾਲ ਸਾਡੇ ਕੰਨਾਂ ਦਾ ਕੋਈ ਸਬੰਧ ਨਹੀਂ ਹੈ। ਇਹ ਸਾਡੀਆਂ ਈੜਾ ਤੇ ਪਿੰਗਲਾ ਨਾੜਾਂ ਵਿੱਚ ਗੂੰਜ ਰਹੀ ਹੁੰਦੀ ਹੈ, ਨਾ ਕਿ ਸਾਡੇ ਕੰਨਾਂ ਦੇ ਪਰਦਿਆਂ ਵਿੱਚ। ਜੇਕਰ ਸਾਡੇ ਕੰਨਾਂ ਦੇ ਪਰਦੇ ਫਟੇ ਵੀ ਹੋਣ ਤਾਂ ਵੀ ਇਹ ਸਾਨੂੰ ਸੁਣਾਈ ਦੇਵੇਗੀ। ਇਸ ਦਾ ਸਾਡੇ ਕੰਨਾਂ ਨਾਲ ਕੋਈ ਸਬੰਧ ਨਹੀਂ ਹੈ। ਇਹ ਸਭ ਤੋਂ ਉੱਚੀ ਅਵਸਥਾ ਹੈ। ਇਸ ਤੋਂ ਅੱਗੇ ਪਰਮਾਤਮਾ ਹੀ ਹੁੰਦਾ ਹੈ। ਇਹ ਧੁਨ ਬਾਂਸਰੀ, ਸਾਰੰਗੀ ਜਾਂ ਢੋਲਕੀ ਆਦਿ ਕਿਸੇ ਵੀ ਤਰ੍ਹਾਂ ਦੇ ਸਾਜ਼ ਦੀ ਧੁਨ ਵਰਗੀ ਹੋ ਸਕਦੀ ਹੈ। ਜਦ ਇਹ ਧੁਨ ਸੁਣਾਈ ਦੇਣ ਲੱਗ ਜਾਵੇ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਣਨ ਦੀ ਕੋਸ਼ਿਸ਼ ਕਰੋ। ਧਿਆਨ ਲਗਾ ਕੇ ਬੈਠ ਜਾਓ। ਧਿਆਨ ਦਸਮ ਦੁਆਰ ਉੱਤੇ ਰੱਖੋ ਤੇ ਇਸ ਧੁਨੀ ਨੂੰ ਸੁਣੋ। ਇਸ ਧੁਨੀ ਨੂੰ ਸੁਣਨ ਤੋਂ ਇਲਾਵਾ ਨਾ ਕੁਝ ਸੋਚੋ ਤੇ ਨਾ ਹੀ ਕੁਝ ਬੋਲੋ। ਸਿਰਫ ਧਿਆਨ ਦਸਮ ਦੁਆਰ ਅਤੇ ਇਸ ਧੁਨੀ ਨੂੰ ਸੁਣਨ ਵਿੱਚ ਹੋਣਾ ਚਾਹੀਦਾ ਹੈ। ਤੁਸੀਂ ਇਸ ਨੂੰ ਜਿੰਨਾ ਜ਼ਿਆਦਾ ਸੁਣੋਗੇ ਇਹ ਓਨੀ ਹੀ ਉੱਚੀ ਆਵਾਜ਼ ਵਿੱਚ ਗੂੰਜਣ ਲੱਗ ਜਾਵੇਗੀ। ਇਸ ਤੋਂ ਬਾਅਦ ਤੁਸੀਂ ਸੁੰਨ ਸਮਾਧੀ ਵਿੱਚ ਪਹੁੰਚ ਜਾਵੋਗੇ। ਸੁੰਨ ਸਮਾਧੀ ਦੀ ਅਵਸਥਾ ਵਿੱਚ ਸਮਾਂ ਨਹੀਂ ਹੁੰਦਾ। ਅਸੀਂ ਅੱਖਾਂ ਬੰਦ ਕਰਦੇ ਹਾਂ ਤਾਂ ਸਾਡਾ ਸਾਰਾ ਧਿਆਨ ਦਸਮ ਦੁਆਰ ਉੱਤੇ ਆ ਜਾਂਦਾ ਹੈ। ਫਿਰ ਭਾਵੇਂ ਸਾਡੇ ਕੋਈ ਗਰਮ ਲੋਹੇ ਦੀ ਛੜ ਵੀ ਲਗਾ ਦੇਵੇ, ਸਾਨੂੰ ਦਰਦ ਨਹੀਂ ਹੋਵੇਗਾ। ਸਾਡਾ ਸਾਰਾ ਸਰੀਰ ਸੁੰਨ ਹੋ ਜਾਂਦਾ ਹੈ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਈੜਾ ਅਤੇ ਪਿੰਗਲਾ ਨਾੜੀਆਂ ਵਿੱਚ ਗੂੰਜਣ ਵਾਲੀ ਅਨਹਦ ਨਾਦ ਦੀ ਧੁਨ ਸਾਡੀ ਸੁਰਤ ਨੂੰ ਸੁਖਮਨਾ ਨਾੜੀ ਦੁਆਰਾ ਪੂਰੇ ਸਰੀਰ ਵਿੱਚੋਂ ਦਸਮ ਦੁਆਰ ਵੱਲ ਨੂੰ ਖਿੱਚ ਕੇ ਲੈ ਜਾਂਦੀਆਂ ਹਨ, ਜਿਸ ਕਾਰਨ ਸਾਡੇ ਪੂਰੇ ਸਰੀਰ ਤੋਂ ਸਾਡਾ ਸੰਪਰਕ ਟੁੱਟ ਜਾਂਦਾ ਹੈ ਤੇ ਧਿਆਨ ਸਿਰਫ ਦਸਮ ਦੁਆਰ ਤੱਕ ਹੀ ਰਹਿੰਦਾ ਹੈ। ਬਾਕੀ ਸਰੀਰ ਮੁਰਦੇ ਦੇ ਸਮਾਨ ਹੁੰਦਾ ਹੈ। ਇਸ ਅਵਸਥਾ ਵਿੱਚ ਸਮਾਂ ਨਹੀਂ ਹੁੰਦਾ। ਮਨੁੱਖ ਜਦ ਸਮਾਧੀ ਲਗਾ ਕੇ ਬੈਠਦਾ ਹੈ ਤਾਂ ਭਾਵੇਂ ਉਹ 5 ਮਿੰਟ ਬੈਠੇ, ਭਾਵੇਂ 5 ਦਿਨ, ਜਦ ਉਸ ਦੀਆਂ ਅੱਖਾਂ ਖੁੱਲ੍ਹਦੀਆਂ ਹਨ ਤਾਂ ਉਸ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਹੁਣ ਹੀ ਅੱਖਾਂ ਬੰਦ ਕੀਤੀਆਂ ਸਨ। ਕਈ ਵਾਰੀ ਮਨੁੱਖ ਇਸ ਅਵਸਥਾ ਵਿੱਚ ਪਹੁੰਚ ਕੇ ਕਈ ਸਾਲ
ਇੱਕ ਹੀ ਥਾਂ ਉੱਤੇ ਲਗਾਤਾਰ ਸਮਾਧੀ ਵਿੱਚ ਲੀਨ ਹੋ ਕੇ ਬੈਠੇ ਰਹਿੰਦੇ ਹਨ। ਸੁੰਨ ਸਮਾਧੀ ਵਿੱਚ ਅਸੀਂ ਬਹੁਤ ਆਨੰਦ ਵਿੱਚ ਹੁੰਦੇ ਹਾਂ ਤੇ ਅਨਹਦ ਨਾਦ ਦੀਆਂ 5 ਪ੍ਰਕਾਰ ਦੀਆਂ ਧੁਨਾਂ ਗੂੰਜ ਰਹੀਆਂ ਹੁੰਦੀਆਂ ਹਨ, ਜਿਵੇਂ ਕਿ ਬਾਂਸਰੀ, ਸਾਰੰਗੀ, ਢੋਲਕੀ ਆਦਿ ਧੁਨਾਂ। ਇਸ ਤੋਂ ਬਾਅਦ ਉਹ ਸਮਾਂ ਆਉਂਦਾ ਹੈ ਜਦ ਅਸੀਂ ਕਿਸੇ ਸਥਾਨ ਉੱਤੇ ਖੜ੍ਹੇ ਬੈਠੇ ਜਾਂ ਆਰਾਮ ਕਰ ਰਹੇ ਹੁੰਦੇ ਹਾਂ ਤੇ ਅਚਾਨਕ ਹੀ ਸਾਡੇ ਸਰੀਰ ਦੇ ਸਾਰੇ ਹਿੱਸਿਆਂ ਤੋਂ ਸਾਡੀ ਸੁਰਤ ਦਸਮ ਦੁਆਰ ਵੱਲ ਨੂੰ ਚੜ੍ਹਨੀ ਸ਼ੁਰੂ ਕਰ ਦਿੰਦੀ ਹੈ। ਸਾਡੇ ਪੈਰ ਅਤੇ ਹੱਥ ਸੁੰਨ ਹੋਣ ਲੱਗਦੇ ਹਨ, ਜਿਵੇਂ ਕਿ ਇਨਸਾਨ ਦੇ ਮਰਨ ਸਮੇਂ ਹੁੰਦਾ ਹੈ। ਉਸੇ ਤਰ੍ਹਾਂ ਦੀ ਘਟਨਾ ਬ੍ਰਹਮ ਗਿਆਨ ਦੀ ਅਵਸਥਾ ਆਉਣ ਲੱਗੇ ਵਾਪਰਦੀ ਹੈ। ਕਈ ਮਨੁੱਖ ਇਸ ਅਵਸਥਾ ਦੀ ਸ਼ੁਰੂਆਤ ਸਮੇਂ ਹੱਥਾਂ ਅਤੇ ਪੈਰਾਂ ਦੇ ਸੁੰਨ ਹੋਣ ਦੇ ਕਾਰਨ ਘਬਰਾ ਜਾਂਦੇ ਹਨ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਹੁੰਦਾ ਕਿ ਇਹ ਕੀ ਹੋ ਰਿਹਾ ਹੈ। ਇਸ ਅਵਸਥਾ ਦੀ ਸ਼ੁਰੂਆਤ ਹੋਣ 'ਤੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਸਗੋਂ ਤੁਰੰਤ ਸਮਾਧੀ ਲਗਾ ਕੇ ਬੈਠ ਜਾਣਾ ਚਾਹੀਦਾ ਹੈ ਤਾਂ ਜੋ ਸੁਰਤ ਦੇ ਦਸਮ ਦੁਆਰ ਤੱਕ ਜਾਣ ਦੀ ਕਿਰਿਆ ਆਸਾਨੀ ਨਾਲ ਹੋ ਸਕੇ। ਜਦ ਸਾਡੀ ਸੁਰਤ ਹੱਥਾਂ ਅਤੇ ਪੈਰਾਂ ਤੋਂ ਉੱਪਰ ਵੱਲ ਨੂੰ ਚੜ੍ਹਦੀ ਹੋਈ ਮੱਥੇ ਤੱਕ ਪਹੁੰਚਦੀ ਹੈ ਤਾਂ ਦਸਮ ਦੁਆਰ ਖੁੱਲ੍ਹ ਜਾਂਦਾ ਹੈ। ਇਸ ਦੇ ਜ਼ਰੀਏ ਸਾਡੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਅਸੀਂ ਇੰਨੀਆਂ ਸ਼ਕਤੀਆਂ ਦੇ ਮਾਲਕ ਬਣ ਜਾਂਦੇ ਹਾਂ ਕਿ ਕੋਈ ਪੂਰੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਵੀ ਸਾਡੇ ਸਾਹਮਣੇ ਇੱਕ ਕੀੜੀ ਦੇ ਸਮਾਨ ਰਹਿ ਜਾਂਦਾ ਹੈ। ਜਿਉਂਦੇ ਜੀ ਸਾਡੀ ਮੌਤ ਹੋ ਜਾਂਦੀ ਹੈ। ਅਸੀਂ ਬ੍ਰਹਿਮੰਡ ਦੀ ਰਚਨਹਾਰ ਸ਼ਕਤੀ ਵਿੱਚ ਸਮਾ ਜਾਂਦੇ ਹਾਂ। ਬੂੰਦ ਸਮੁੰਦਰ ਵਿੱਚ ਸਮਾ ਕੇ ਖੁਦ ਸਮੁੰਦਰ ਹੋ ਜਾਂਦੀ ਹੈ। ਰਿੱਧੀਆਂ ਸਿੱਧੀਆਂ ਸਾਡੀਆਂ ਦਾਸੀਆਂ ਬਣ ਕੇ ਸਾਡੀ ਸੇਵਾ ਕਰਨ ਲੱਗ ਜਾਂਦੀਆਂ ਹਨ। ਸਾਨੂੰ ਭੂਤਕਾਲ, ਵਰਤਮਾਨ ਅਤੇ ਭਵਿੱਖ ਸਭ ਕੁਝ ਪ੍ਰਤੱਖ ਦਿਖਾਈ ਦੇ ਰਿਹਾ ਹੁੰਦਾ ਹੈ। ਅਸੀਂ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਹਾਂ। ਅੰਮ੍ਰਿਤ ਦੀ ਵਰਖਾ ਹੋਣ ਲੱਗਦੀ ਹੈ ਤੇ ਅਸੀਂ ਮਹਾਂ ਆਨੰਦ ਵਿੱਚ ਲੀਨ ਹੋ ਜਾਂਦੇ ਹਾਂ। ਇਸ ਤਰ੍ਹਾਂ ਸਾਨੂੰ ਪ੍ਰਾਪਤ ਹੁੰਦਾ ਹੈ ਬ੍ਰਹਮ ਗਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।